ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਪੋਲਿਟੀ ਦਾ ਪਾਰਟ 13 ਲੈ ਕੇ ਹਾਜ਼ਰ ਹੋਏ ਹਾਂ। ਇਸ ਪਾਰਟ ਦੇ ਵਿੱਚ ਆਪਾਂ ਇੰਪੋਰਟੈਂਟ ਅਮੈਂਡਮੈਂਟਸ ਬਾਰੇ ਪੜ੍ਹਾਂਗੇ। ਜਿੰਨੀਆਂ ਵੀ ਸੰਵਿਧਾਨ ਦੇ ਵਿੱਚ ਜ਼ਰੂਰੀ ਸੋਧਾਂ ਹੋਈਆਂ ਨੇ ਉਹ ਆਪਾਂ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ, ਜਿਹੜੀਆਂ ਤੁਹਾਡੇ ਪੇਪਰਾਂ ਦੇ ਨਾਲ ਰਿਲੇਟਡ ਨੇ। ਤਾਂ ਵੀਡੀਓ ਨੂੰ ਲਾਸਟ ਤੱਕ ਦੇਖਿਓ, ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੀਆਂ 12 ਵੀਡੀਓ ਹੈ ਜਿਹੜੀਆਂ ਉਹ ਪੋਲਿਟੀ ਦੀਆਂ ਜਿਹੜੀਆਂ ਟੌਪਿਕ ਵਾਈਜ਼ ਨੇ ਉਹ ਅਪਲੋਡ ਹੋ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ ਆਪਾਂ ਇੱਕ ਟੌਪਿਕ ਨੂੰ, ਜਿਵੇਂ ਕਿ ਸਿਟੀਜ਼ਨਸ਼ਿਪ ਤੋਂ ਲੈ ਕੇ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਇਕੱਲੇ ਟੌਪਿਕ ਨੂੰ ਆਪਾਂ ਪੂਰੇ ਡਿਟੇਲ ਦੇ ਵਿੱਚ ਕਵਰ ਕੀਤਾ ਹੈ। ਜੇਕਰ ਉਹ ਵੀਡੀਓਜ਼ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ। ਪੰਜਾਬ GK, ਮਾਡਰਨ ਹਿਸਟਰੀ ਅਤੇ ਪੋਲਿਟੀ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਤਾਂ ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਬਹੁਤ ਇੰਪੋਰਟੈਂਟ ਹੈ। ਇਹਦੇ ਨਾਲ ਰਿਲੇਟਡ ਤੁਹਾਨੂੰ ਜਿਹੜੇ ਕੁਐਸਚਨ ਨੇ ਅਕਸਰ ਹੀ ਪੇਪਰਾਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਅਤੇ ਅੱਗੇ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ। ਅਮੈਂਡਮੈਂਟਸ ਦੇ ਵਿੱਚੋਂ ਤੁਹਾਨੂੰ ਪਤਾ ਹੈ ਕਿ ਬਹੁਤ ਕੁਐਸਚਨ ਪੁੱਛੇ ਜਾਂਦੇ ਨੇ। ਅਮੈਂਡਮੈਂਟਸ ਤਾਂ ਬਹੁਤ ਹੋਈਆਂ, ਬਟ ਜਿਹੜੀਆਂ ਇੰਪੋਰਟੈਂਟ ਨੇ, ਜਿਹੜੀਆਂ ਤੁਹਾਡੇ ਪੇਪਰ ਦੇ ਨਾਲ ਰਿਲੇਟਡ ਨੇ, ਸਿਰਫ ਆਪਾਂ ਉਹੀ ਅਮੈਂਡਮੈਂਟਸ ਇਹ ਵੀਡੀਓ ਦੇ ਵਿੱਚ ਕਵਰ ਕਰਨੀਆਂ ਨੇ। ਤਾਂ ਸਟਾਰਟ ਕਰਦੇ ਅੱਜ ਦੀ ਵੀਡੀਓ, ਅੱਜ ਦੀ ਪਹਿਲੀ ਸਲਾਈਡ ਤੋਂ। ਤਾਂ ਮੈਂ 3 ਸਲਾਈਡਸ ਬਣਾਈਆਂ ਨੇ, 3 ਸਲਾਈਡਸ ਦੇ ਵਿੱਚ ਆਪਾਂ ਇੰਪੋਰਟੈਂਟ ਅਮੈਂਡਮੈਂਟ ਹੈ ਜਿਹੜੀਆਂ ਉਹ ਕਵਰ ਕਰਾਂਗੇ। ਤਾਂ ਜਿਹੜੀ ਪਹਿਲੀ ਸਲਾਈਡ ਹੈ ਉਹ ਆਪਣੀ 42ਵੀਂ ਅਮੈਂਡਮੈਂਟ ਜਿਹੜੀ ਹੋਈ ਹੈ, ਸਭ ਤੋਂ ਮੋਸਟ ਇੰਪੋਰਟੈਂਟ ਜਿਹੜੀ ਅਮੈਂਡਮੈਂਟ ਹੈ, ਜਿਹਨੂੰ ਮਿਨੀ ਕੌਂਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ। ਤਾਂ ਆਪਾਂ ਪਹਿਲਾਂ ਉਹ ਕਵਰ ਕਰਾਂਗੇ। ਤਾਂ ਜਿਹੜਾ ਪਹਿਲਾ ਮੈਂ ਪੁਆਇੰਟ ਰੱਖਿਆ ਕਿ ਜਿਹੜੀ 42ਵੀਂ ਅਮੈਂਡਮੈਂਟ ਆਪਣੀ ਹੋਈ ਹੈ ਉਹ ਕਿੰਨੇ, ਤੁਹਾਨੂੰ ਇਹ ਸਾਲ ਪਤਾ ਹੋਣਾ ਚਾਹੀਦਾ ਕਿ ਕਿਹੜੇ ਸਾਲ ਦੇ ਵਿੱਚ ਹੋਈ ਹੈ। ਤਾਂ ਉਹ 1976 ਈਸਵੀ ਦੇ ਵਿੱਚ ਹੋਈ ਹੈ। ਜਿਹੜੀ 42ਵੀਂ ਅਮੈਂਡਮੈਂਟ ਹੈ ਇਹਨੂੰ ਮਿਨੀ ਕੌਂਸਟੀਟਿਊਸ਼ਨ ਕਿਹਾ ਜਾਂਦਾ ਹੈ, ਠੀਕ ਹੈ ਜੀ। ਤਾਂ ਇਹਦੇ ਵਿੱਚ ਕੀ ਹੋਇਆ, ਸਭ ਤੋਂ ਪਹਿਲਾ ਜਿਹੜਾ ਪੁਆਇੰਟ ਹੈ ਉਹ ਇਹਦੇ ਵਿੱਚ 3 ਵਰਡ ਐਡ ਕੀਤੇ ਗਏ ਆਪਣੇ, ਜਿਹੜੀ ਆਪਣੀ ਪ੍ਰੀਐਂਬਲ ਹੈ, ਠੀਕ ਹੈ ਜੀ। ਪ੍ਰੀਐਂਬਲ ਯਾਨੀ ਕਿ ਪ੍ਰਸਤਾਵਨਾ। ਪ੍ਰੀਐਂਬਲ ਦੇ ਨਾਲ ਰਿਲੇਟਡ ਆਪਾਂ ਵੀਡੀਓ ਵੀ ਸਪੈਸ਼ਲ ਬਣਾਈ ਹੋਈ ਹੈ, ਤੁਸੀਂ ਜਾ ਕੇ ਆਪਣੀ ਸੀਰੀਜ਼ ਵਾਈਜ਼ ਵੀਡੀਓ ਦੇਖ ਸਕਦੇ ਹੋ, ਠੀਕ ਹੈ। ਸੀਰੀਜ਼ ਵਾਈਜ਼ ਜੇਕਰ ਤੁਸੀਂ ਦੇਖੋਗੇ ਵੀਡੀਓ ਤਾਂ ਤੁਹਾਨੂੰ ਵਧੀਆ ਤਰੀਕੇ ਨਾਲ ਜਿਹੜਾ ਉਹ ਸਮਝ ਆਊਗਾ, ਠੀਕ ਹੈ ਜੀ। ਤਾਂ ਪ੍ਰੀਐਂਬਲ ਦੇ ਵਿੱਚ ਜਿਹੜੇ 3 ਸ਼ਬਦ ਉਹ ਐਡ ਕੀਤੇ ਗਏ, ਸੋਸ਼ਲਿਸਟ, ਸੈਕੂਲਰ ਅਤੇ ਇੰਟੀਗ੍ਰਿਟੀ, ਠੀਕ ਹੈ ਜੀ। ਸੋਸ਼ਲਿਸਟ, ਸੈਕੂਲਰ ਅਤੇ ਇੰਟੀਗ੍ਰਿਟੀ, ਇਹਨੂੰ ਆਪਾਂ SSI ਵੀ ਬੋਲ ਦਿੰਦੇ ਸ਼ਾਰਟ ਫਾਰਮ ਦੇ ਵਿੱਚ, ਠੀਕ ਹੈ। ਤਾਂ ਇਹ 3 ਵਰਡ ਐਡ ਕਿਹੜੀ ਅਮੈਂਡਮੈਂਟ ਦੇ ਥਰੂ ਕੀਤੇ ਗਏ? 42ਵੀਂ ਅਮੈਂਡਮੈਂਟ, ਜਿਹੜੀ ਕਦੋਂ ਹੋਈ? 1976 ਈਸਵੀ ਦੇ ਵਿੱਚ। ਇਹ ਤੁਸੀਂ ਯਾਦ ਰੱਖਣਾ। ਇਹ ਜਿਹੜੀ ਅਮੈਂਡਮੈਂਟ ਹੈ ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਮੈਂ ਪੁਆਇੰਟ ਰੱਖਿਆ ਹੋਇਆ ਪਾਰਟ 4A, ਯਾਨੀ ਕਿ ਜਿਹੜੀਆਂ ਆਪਣੀਆਂ ਫੰਡਾਮੈਂਟਲ ਡਿਊਟੀਜ਼ ਨੇ, ਜਿਹੜੀਆਂ 10 ਫੰਡਾਮੈਂਟਲ ਡਿਊਟੀ ਆਪਣੀਆਂ ਐਡ ਕੀਤੀਆਂ ਗਈਆਂ, ਉਹ ਜਿਹੜਾ ਪੂਰੇ ਦਾ ਪੂਰਾ ਪਾਰਟ 4A, ਆਰਟੀਕਲ 51A ਐਡ ਕੀਤਾ ਗਿਆ, ਉਹ 42ਵੀਂ ਅਮੈਂਡਮੈਂਟ ਦੇ ਥਰੂ ਐਡ ਕੀਤਾ ਗਿਆ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ ਜੀ। ਅਗਲਾ ਜਿਹੜਾ ਮੈਂ ਪੁਆਇੰਟ ਇਹਦੇ ਵਿੱਚ ਰੱਖਿਆ, ਆਰਟੀਕਲ 48A ਇਨ DPSP ਫॉर ਇਨਵਾਇਰਨਮੈਂਟ ਐਂਡ ਵਾਈਲਡ ਲਾਈਫ ਪ੍ਰੋਟੈਕਸ਼ਨ, ਠੀਕ ਹੈ ਜੀ। ਤਾਂ ਇਹ ਜਿਹੜਾ ਆਰਟੀਕਲ ਐਡ ਕੀਤਾ ਗਿਆ, ਜਿਹੜੇ ਆਰਟੀਕਲ ਦੇ ਮਗਰ A ਪਾਈ ਹੋਵੇ, ਉਹਦਾ ਮਤਲਬ ਹੁੰਦਾ ਕਿ A ਦਾ ਮਤਲਬ ਹੁੰਦਾ ਅਮੈਂਡਮੈਂਟ ਦੇ ਥਰੂ ਜਿਹੜੀ ਚੀਜ਼ ਆਪਾਂ ਐਡ ਕੀਤੀ ਹੈ, ਠੀਕ ਹੈ ਜੀ। ਤਾਂ ਆਰਟੀਕਲ 48A ਜਿਹੜਾ ਐਡ ਕੀਤਾ ਗਿਆ DPSP ਦੇ ਵਿੱਚ, ਜਿਹੜਾ ਕਿ ਆਪਣੇ ਇਨਵਾਇਰਨਮੈਂਟ ਦੀ ਰੱਖਿਆ ਦੇ ਲਈ ਹੈ, ਤਾਂ ਉਹ 42ਵੀਂ ਅਮੈਂਡਮੈਂਟ ਦੇ ਥਰੂ ਐਡ ਕੀਤਾ ਗਿਆ, ਤੁਸੀਂ ਯਾਦ ਰੱਖਣਾ, ਠੀਕ ਹੈ। ਤਾਂ ਜਿੰਨੇ ਵੀ ਇੰਪੋਰਟੈਂਟ ਆਪਣੇ ਪੁਆਇੰਟ ਨੇ ਜਿਹੜੇ ਤੁਹਾਨੂੰ ਪੇਪਰਾਂ ਦੇ ਵਿੱਚ ਇਹਦੇ ਨਾਲ ਰਿਲੇਟਡ ਪੁੱਛੇ ਜਾਂਦੇ ਨੇ, ਉਹ ਆਪਾਂ ਇਹਦੇ ਵਿੱਚ ਕਵਰ ਕਰਾਂਗੇ। ਤਾਂ ਵੀਡੀਓ ਨੂੰ ਐਂਡ ਤੱਕ ਦੇਖਿਓ, ਇੱਕ ਵੀ ਕੁਐਸਚਨ ਮਿਸ ਕਰਨ ਵਾਲਾ ਨਹੀਂ ਹੈ ਤੁਹਾਡੇ। ਇਹ ਆਪਣੀ 42ਵੀਂ ਅਮੈਂਡਮੈਂਟ ਹੈ, ਠੀਕ ਹੈ। ਹੋਰ ਵੀ ਬਹੁਤ ਕੁਝ ਐਡ ਕੀਤਾ ਗਿਆ, ਬਟ ਉਹ ਆਪਣੇ ਪੇਪਰਾਂ ਦੇ ਨਾਲ ਰਿਲੇਟਡ ਨਹੀਂ ਹੈਗਾ, ਉਹ ਇੰਪੋਰਟੈਂਟ ਨਹੀਂ ਹੈਗਾ ਇੰਨਾ। ਤਾਂ ਜਿਹੜਾ ਵੀ ਇੰਪੋਰਟੈਂਟ ਹੋਇਆ ਉਹ ਮੈਂ ਤੁਹਾਨੂੰ, ਇੱਕ ਵੀ ਪੁਆਇੰਟ ਆਪਾਂ ਛੱਡਣਾ ਨਹੀਂ ਹੈ, ਸਾਰੇ ਮੈਂ ਤੁਹਾਨੂੰ ਇਹ ਵੀਡੀਓ ਦੇ ਵਿੱਚ ਕਵਰ ਕਰਵਾਉਣੇ, ਠੀਕ ਹੈ ਜੀ। ਅਤੇ ਇਹ ਆਪਣੀ 42ਵੀਂ ਅਮੈਂਡਮੈਂਟ ਹੈ, ਇਹ ਤੁਸੀਂ ਯਾਦ ਕਰ ਲਿਓ। ਅਗਲੀ ਜਿਹੜੀ ਆਪਣੀ ਅਮੈਂਡਮੈਂਟ ਹੋਈ 44th ਅਮੈਂਡਮੈਂਟ, ਜਿਹੜੀ ਆਪਣੀ 44ਵੀਂ ਅਮੈਂਡਮੈਂਟ ਹੈ, ਇਹ ਕਦੋਂ ਹੋਈ? 1978 ਦੇ ਵਿੱਚ। ਇਹਨੂੰ ਯਾਦ ਕਰਨ ਦਾ ਇੱਕ ਤਰੀਕਾ ਹੈ ਕਿ 4+4 8, ਠੀਕ ਹੈ। 4+2 6। ਤਾਂ ਜੇ ਤੁਹਾਨੂੰ 42ਵੀਂ ਅਮੈਂਡਮੈਂਟ ਆਵੇ ਤਾਂ 4+2 ਕਿੰਨੇ ਹੋ ਗਏ? 6। ਤਾਂ 1976। ਅਤੇ ਜੇ ਤੁਹਾਨੂੰ 44ਵੀਂ ਅਮੈਂਡਮੈਂਟ ਆਵੇ ਤਾਂ 4+4 ਕਿੰਨੇ ਹੋ ਗਏ? 8। ਤਾਂ 1978, ਠੀਕ ਹੈ। ਇਹ ਇੱਕ ਯਾਦ ਕਰਨ ਦਾ ਇੱਕ ਟ੍ਰਿਕ ਹੈ, ਇਹ ਯਾਦ ਕਰਨ ਦਾ ਤਰੀਕਾ ਹੈ, ਠੀਕ ਹੈ ਜੀ। ਤਾਂ ਜਿਹੜੀ ਆਪਣੀ 44ਵੀਂ ਅਮੈਂਡਮੈਂਟ ਸੀ, 44th ਅਮੈਂਡਮੈਂਟ, ਇਹਦੇ ਵਿੱਚ ਕੀ ਕੁਛ ਹੋਇਆ? ਸਭ ਤੋਂ ਪਹਿਲਾ ਜਿਹੜਾ ਪੁਆਇੰਟ ਹੈ ਉਹ ਹੈ, ਜਿਹੜਾ ਤੁਹਾਨੂੰ ਕੁਐਸਚਨ ਆਉਂਦਾ ਅਕਸਰ ਹੀ, ਕਿ ਜਿਹੜਾ ਰਾਈਟ ਟੂ ਪ੍ਰੋਪਰਟੀ ਆਪਣਾ ਫੰਡਾਮੈਂਟਲ ਰਾਈਟ ਸੀਗਾ ਪਹਿਲਾਂ, ਇਹ 31 ਆਰਟੀਕਲ 31, ਆਰਟੀਕਲ 31 ਸੀਗਾ। ਤਾਂ ਇਹਨੂੰ ਇੱਥੋਂ ਰਿਮੂਵ ਕਰ ਦਿੱਤਾ ਗਿਆ ਫੰਡਾਮੈਂਟਲ ਰਾਈਟਸ ਦੇ ਵਿੱਚੋਂ। ਤਾਂ ਇਹਨੂੰ ਕੀ ਬਣਾ ਦਿੱਤਾ ਗਿਆ? ਇੱਕ ਲੀਗਲ ਰਾਈਟ ਬਣਾਤਾ ਆਰਟੀਕਲ 300A ਦੇ ਅੰਡਰ, ਠੀਕ ਹੈ। ਤਾਂ ਇੱਕ ਲੀਗਲ ਰਾਈਟ ਹੈ ਹੁਣ, ਇਹ ਫੰਡਾਮੈਂਟਲ ਰਾਈਟ ਨਹੀਂ ਹੈਗਾ। ਤਾਂ ਇਹ ਰਿਮੂਵ ਕਦੋਂ ਕਰਿਆ ਗਿਆ? 44ਵੀਂ ਅਮੈਂਡਮੈਂਟ 1978, ਠੀਕ ਹੈ ਜੀ, 1978 ਦੇ ਵਿੱਚ। ਦੂਸਰਾ ਜਿਹੜਾ ਪੁਆਇੰਟ ਹੈ ਉਹ ਹੈ ਨੈਸ਼ਨਲ ਐਮਰਜੈਂਸੀ ਦੇ ਵਿੱਚ ਨਾ, ਇਹ ਮਤਲਬ ਜਿਹੜੇ ਕਾਰਨਾਂ ਕਰਕੇ ਨੈਸ਼ਨਲ ਐਮਰਜੈਂਸੀ ਲੱਗਦੀ ਹੈ, ਉਹਦੇ ਵਿੱਚ ਇੱਕ ਸ਼ਬਦ ਹੈ ਇੰਟਰਨਲ ਅਗਰੈਸ਼ਨ, ਠੀਕ ਹੈ। ਉਹਨੂੰ ਚੇਂਜ ਕਰ ਦਿੱਤਾ ਗਿਆ, ਉਸ ਸ਼ਬਦ ਨੂੰ
ਉਹਦਾ ਨਾਂ ਕੀ ਰੱਖਤਾ ਗਿਆ, ਆਰਮਡ ਰੈਬੇਲੀਅਨ। ਠੀਕ ਹੈ, ਆਰਮਡ ਰੈਬੇਲੀਅਨ ਯਾਨੀ ਕਿ ਸੈਨਿਆ ਵਿਦਰੋਹ। ਠੀਕ ਹੈ, ਤਾਂ ਉਹਦਾ ਨਾਮ ਚੇਂਜ ਕਰਕੇ ਕਦੋਂ ਨਾਮ ਚੇਂਜ ਕੀਤਾ ਗਿਆ, ਤਾਂ 44ਵੀਂ ਅਮੈਂਡਮੈਂਟ। ਇਹ ਵੀ ਤੁਹਾਨੂੰ ਕੁਐਸਚਨ ਆ ਜਾਂਦਾ। ਠੀਕ ਹੈ ਜੀ। ਤੀਸਰਾ ਜਿਹੜਾ ਮੈਂ ਇਹਦੇ ਵਿੱਚ ਪੁਆਇੰਟ ਰੱਖਿਆ ਕਿ ਜਿਹੜਾ ਆਰਟੀਕਲ 20 ਤੇ ਆਰਟੀਕਲ 21 ਨੇ, ਠੀਕ ਹੈ, ਇਹ ਆਪਣੇ ਫੰਡਾਮੈਂਟਲ ਰਾਈਟਸ ਨੇ। ਠੀਕ ਹੈ, ਤਾਂ ਇਹ ਮਤਲਬ ਸਸਪੈਂਡ ਨਹੀਂ ਹੁੰਦੇ ਐਮਰਜੈਂਸੀ ਦੇ ਦੌਰਾਨ ਵੀ। ਠੀਕ ਹੈ, ਕਿਉਂਕਿ ਇਹ ਆਪਣੀ ਪਰਸਨਲ ਲਿਬਰਟੀ ਦੇ ਨਾਲ ਰਿਲੇਟਡ ਜਿਹੜੇ ਆਰਟੀਕਲ ਨੇ, ਤਾਂ ਇਹ ਸਸਪੈਂਡ ਨਹੀਂ ਹੋਣੇ ਚਾਹੀਦੇ ਐਮਰਜੈਂਸੀ ਦੇ ਦੌਰਾਨ। ਤਾਂ ਇਹ ਕਦੋਂ ਕਿਹਾ ਗਿਆ, ਕਿਹੜੀ ਅਮੈਂਡਮੈਂਟ ਦੇ ਥਰੂ ਇਹ ਕੀਤਾ ਗਿਆ, ਤਾਂ ਇਹ ਕਰਿਆ ਗਿਆ 44ਵੀਂ ਅਮੈਂਡਮੈਂਟ। ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਠੀਕ ਹੈ ਜੀ। ਅਗਲੀਆਂ ਕੁਛ ਅਮੈਂਡਮੈਂਟ ਨੇ ਜਿਹੜੀਆਂ ਤੁਹਾਨੂੰ ਪੇਪਰਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਅਕਸਰ ਹੀ। ਠੀਕ ਹੈ, ਸਭ ਤੋਂ ਪਹਿਲਾਂ ਜਿਹੜੀ ਹੈਗੀ 61ਵੀਂ ਅਮੈਂਡਮੈਂਟ ਹੈ, 61st ਅਮੈਂਡਮੈਂਟ, ਰਿਡਿਊਸ ਵੋਟਿੰਗ ਏਜ 21 to 18। ਠੀਕ ਹੈ ਜੀ। ਤਾਂ ਜਿਹੜੀ ਆਪਣੀ ਉਮਰ ਸੀਗੀ 21 ਤੋਂ 18 ਸਾਲ, ਕਦੋਂ ਕੀਤੀ ਗਈ ਵੋਟਿੰਗ ਏਜ ਹੈ ਜਿਹੜੀ ਆਪਣੀ, ਤਾਂ ਉਹ ਕਰੇਗੀ 61ਵੀਂ ਅਮੈਂਡਮੈਂਟ ਦੇ ਥਰੂ। ਅਤੇ ਇਹ ਕਦੋਂ ਹੋਈ ਸੀ, 1988 ਦੇ ਵਿੱਚ। ਬਸ ਇਹਦੇ ਵਿੱਚੋਂ ਇਹੀ ਪੁੱਛਿਆ ਜਾਂਦਾ, ਐਗਜ਼ੈਕਟ ਤੁਹਾਨੂੰ ਇਹ ਆਉਂਦਾ। ਠੀਕ ਹੈ, ਐਜ਼ ਇਟ ਇਜ਼ ਕੁਐਸਚਨ, ਕਿ ਜਿਹੜੀ ਆਪਣੀ ਵੋਟਿੰਗ ਏਜ ਕਦੋਂ ਘਟਾਈ ਗਈ, ਤਾਂ 61ਵੀਂ ਅਮੈਂਡਮੈਂਟ ਦੇ ਨਾਲ ਉਹ ਘਟਾਈ ਗਈ 1988 ਦੇ ਵਿੱਚ। ਇਹ ਤੁਸੀਂ ਯਾਦ ਰੱਖਣਾ। ਇੱਕ ਆਪਣਾ ਜਿਹੜਾ ਦਿੱਲੀ ਨੂੰ NCR ਦਾ ਦਰਜਾ ਦਿੱਤਾ, ਨੈਸ਼ਨਲ ਕੈਪੀਟਲ ਰੀਜਨ। ਠੀਕ ਹੈ, NCR ਹੁੰਦਾ ਨੈਸ਼ਨਲ ਕੈਪੀਟਲ ਰੀਜਨ। ਇਹ ਕਦੋਂ ਦਿੱਤਾ ਗਿਆ, ਇਹ 69ਵੀਂ ਅਮੈਂਡਮੈਂਟ ਜਿਹੜੀ ਹੋਈ ਆ 1991 ਦੇ ਵਿੱਚ। ਤਾਂ ਉਸ ਟਾਈਮ ਇਹ ਦਿੱਲੀ ਨੂੰ ਗ੍ਰਾਂਟ ਕੀਤਾ ਗਿਆ NCR ਦਾ ਦਰਜਾ। ਠੀਕ ਹੈ, ਤੁਸੀਂ ਯਾਦ ਰੱਖਣਾ। ਬਸ ਐਗਜ਼ੈਕਟ ਐਵੇਂ ਕੁਐਸਚਨ ਆਉਂਦਾ ਹੈ ਡਾਇਰੈਕਟ। ਠੀਕ ਹੈ, ਕਿ NCR ਦਾ ਦਰਜਾ ਕਦੋਂ ਦਿੱਤਾ ਗਿਆ ਦਿੱਲੀ ਨੂੰ, ਤਾਂ ਇਹ 69ਵੀਂ ਅਮੈਂਡਮੈਂਟ ਦੇ ਥਰੂ ਦਿੱਤਾ ਗਿਆ। ਠੀਕ ਹੈ ਜੀ। ਤਾਂ ਜਿੰਨੀਆਂ ਵੀ ਅਮੈਂਡਮੈਂਟ ਹੋਈਆਂ ਨੇ ਇੰਪੋਰਟੈਂਟ ਨੇ, ਜਿਹੜੀਆਂ ਤੁਹਾਡੇ ਪੇਪਰਾਂ ਦੇ ਵਿੱਚ ਆਉਂਦੀਆਂ ਨੇ, ਤਾਂ ਉਹੀ ਆਪਾਂ ਇਹਦੇ ਵਿੱਚ ਕਵਰ ਕਰਾਂਗੇ। ਠੀਕ ਹੈ, ਤਾਂ ਇੱਕ ਵੀ ਜਿਹੜੀ ਅਮੈਂਡਮੈਂਟ ਹੈ ਉਹ ਤੁਹਾਡੇ ਮਿਸ ਕਰਨ ਵਾਲੀ ਨਹੀਂ ਹੈ। ਠੀਕ ਹੈ, ਤਾਂ ਨਾਲ ਆਪਣੇ ਨੋਟਸ ਬਣਾਉਣੇ ਸਟਾਰਟ ਕਰ ਦਿਓ। ਠੀਕ ਹੈ, ਇਹ ਤੁਸੀਂ ਮਤਲਬ ਪੂਰੇ ਡਿਟੇਲ ਦੇ ਵਿੱਚ ਇਹਨੂੰ ਕਰੋ। ਤਾਂ MCQ ਵੀ ਆਪਾਂ ਅੱਗੇ ਕਵਰ ਕਰਾਂਗੇ, ਤਾਂ MCQ ਲਾਸਟ ਤੱਕ ਤੁਸੀਂ ਕਵਰ ਕਰਨੇ ਆ ਜਿਹੜੇ ਤੁਹਾਨੂੰ ਪੁੱਛੇ ਜਾਂਦੇ ਆ। ਅਗਲੀ ਜਿਹੜੀ ਅਮੈਂਡਮੈਂਟ ਹੈ ਉਹ ਵੀ ਬਹੁਤ ਇੰਪੋਰਟੈਂਟ ਹੈ, 73ਵੀਂ ਅਮੈਂਡਮੈਂਟ ਹੈ ਜਿਹੜੀ ਆਪਣੀ, ਜਿਹਦੇ ਨਾਲ ਜਿਹੜਾ ਪਾਰਟ 9 ਹੈ ਉਹ ਐਡ ਕੀਤਾ ਗਿਆ। ਠੀਕ ਹੈ, ਪਾਰਟ 9 ਐਡ ਕੀਤਾ ਗਿਆ, ਜਿਹਦੇ ਵਿੱਚ ਆਪਣਾ ਪੰਚਾਇਤੀ ਰਾਜ ਹੈ। ਠੀਕ ਹੈ, ਅਤੇ ਇਹਦੇ ਵਿੱਚ ਇਹ ਲਿਖਿਆ ਗਿਆ ਕਿ ਜਿਹੜੀ ਪੰਚਾਇਤ ਹੈ ਉਹ 29 ਫੰਕਸ਼ਨਸ ਦੇ ਉੱਤੇ ਜਿਹੜੀ ਆ ਕਾਨੂੰਨ ਬਣਾ ਸਕਦੀ ਹੈ, 29 ਫੰਕਸ਼ਨ ਦੇ ਉੱਤੇ। ਠੀਕ ਹੈ, ਪੰਚਾਇਤੀ ਰਾਜ। ਤਾਂ ਇਹ ਕਦੋਂ ਐਡ ਕੀਤੀ ਗਈ, 1992 ਦੇ ਵਿੱਚ। ਜਿਹੜੀ 73ਵੀਂ ਅਮੈਂਡਮੈਂਟ ਕਦੋਂ ਹੋਈ ਹੈ, 1992 ਦੇ ਵਿੱਚ, ਜਦੋਂ ਆਪਣਾ ਪੰਚਾਇਤੀ ਰਾਜ ਐਡ ਕੀਤਾ ਗਿਆ। ਤਾਂ ਜਿਹੜੀ ਫਸਟ ਪੰਚਾਇਤ ਕਿੱਥੇ ਬਣੀ ਸੀ, ਰਾਜਸਥਾਨ ਦੇ ਵਿੱਚ, ਨਾਗੌਰ ਡਿਸਟ੍ਰਿਕਟ ਦੇ ਵਿੱਚ। ਠੀਕ ਹੈ, ਤੁਸੀਂ ਯਾਦ ਰੱਖਣਾ। ਤਾਂ ਇਹ ਆਪਾਂ ਨਾਲ ਜਿਹੜੇ ਰਿਲੇਟਡ ਇੰਪੋਰਟੈਂਟ ਫੈਕਟ ਨੇ ਉਹ ਵੀ ਆਪਾਂ ਕਲੀਅਰ ਕਰਦੇ ਜਾਣਾ। ਇਸ ਤੋਂ ਬਾਅਦ ਜਿਹੜੀ ਅਗਲੀ ਅਮੈਂਡਮੈਂਟ ਹੋਈ 74ਵੀਂ ਅਮੈਂਡਮੈਂਟ। ਠੀਕ ਹੈ, ਇਹ ਵੀ 1992 ਦੇ ਵਿੱਚ ਨਾਲ ਦੀ ਨਾਲ ਹੀ ਕੀਤੀ ਗਈ। ਤਾਂ ਇਹਦੇ ਨਾਲ ਕੀ ਐਡ ਕੀਤਾ ਗਿਆ, ਪਾਰਟ 11A ਐਡ ਕੀਤਾ ਗਿਆ, 11A ਪਾਰਟ ਐਡ ਕੀਤਾ ਗਿਆ, ਜਿਹਦੇ ਵਿੱਚ ਮਿਊਨਿਸਪੈਲਿਟੀਜ਼ ਨੇ। ਜਿਹੜੀਆਂ ਮਿਊਨਿਸਪੈਲਿਟੀਜ਼ ਨੇ ਇਹ ਆਪਣੇ ਸ਼ਹਿਰਾਂ ਨਾਲ ਸੰਬੰਧਿਤ ਹੁੰਦੀਆਂ, ਜਿਵੇਂ ਆਪਣੇ ਪਿੰਡਾਂ ਨਾਲ ਪੰਚਾਇਤ ਸੰਬੰਧਿਤ ਹੁੰਦੀ ਹੈ, ਮਿਊਨਿਸਪੈਲਿਟੀ ਆਪਣੇ ਸ਼ਹਿਰਾਂ ਨਾਲ ਸੰਬੰਧਿਤ ਹੁੰਦੀ ਹੈ। ਤਾਂ ਪਾਰਟ 11A ਐਡ ਕੀਤਾ ਗਿਆ। ਜਿਹੜੀ ਆਪਣੀ ਅਮੈਂਡਮੈਂਟ ਹੋਈ ਹੈ 74th ਅਮੈਂਡਮੈਂਟ, 74ਵੀਂ ਅਮੈਂਡਮੈਂਟ 1992 ਦੇ ਵਿੱਚ ਹੀ ਹੋਈ ਹੈ ਇਹ। ਠੀਕ ਹੈ ਜੀ। ਤਾਂ ਇਹ ਮਿਊਨਿਸਪੈਲਿਟੀ ਐਡ ਕੀਤੀ ਗਈ। ਤਾਂ ਜਿਹੜੀ ਮਿਊਨਿਸਪੈਲਿਟੀ ਆ ਉਹ 18 ਫੰਕਸ਼ਨ ਜਿਹੜੀ ਪਰਫੋਰਮ ਕਰਦੀ ਹੈ, 18 ਫੰਕਸ਼ਨ, 18 ਜਿਹੜੇ ਮਤਲਬ ਪੁਆਇੰਟ ਨੇ ਉਹਨਾਂ ਦੇ ਉੱਤੇ ਉਹ ਕਾਨੂੰਨ ਬਣਾ ਸਕਦੀ ਹੈ, 18 ਫੰਕਸ਼ਨ ਦੇ ਉੱਤੇ। ਠੀਕ ਹੈ, ਤੁਸੀਂ ਯਾਦ ਰੱਖਣਾ। ਬਸ ਇਹਨਾਂ ਨੂੰ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਪੜ੍ਹਨਾ। ਠੀਕ ਹੈ, ਇੰਨਾ ਕੀ ਆਪਾਂ ਪੜ੍ਹਨਾ ਜਿੰਨੇ ਕੁ ਆਪਣੇ ਪੇਪਰਾਂ ਦੇ ਲਈ ਇੰਪੋਰਟੈਂਟ ਹੈ। ਠੀਕ ਹੈ, ਆਪਾਂ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾਣਾ। ਠੀਕ ਹੈ, ਤਾਂ ਬਸ ਜਿੰਨੇ ਮੈਂ ਪੁਆਇੰਟ ਰੱਖਿਆ ਉਹ ਤੁਸੀਂ ਕਲੀਅਰ ਕਰਦੇ ਜਾਓ, ਆਪਦੇ ਨੋਟਸ ਦੇ ਵਿੱਚ ਲਿਖਦੇ ਜਾਓ। ਠੀਕ ਹੈ, ਤਾਂ ਇਹਦੇ ਵਿੱਚ ਇਹ ਤੋਂ ਬਾਹਰ ਨਹੀਂ ਕੁਛ ਵੀ ਆਉਂਦਾ। ਠੀਕ ਹੈ, ਅਮੈਂਡਮੈਂਟ ਬਸ ਇੰਨੀਆਂ ਅਮੈਂਡਮੈਂਟ ਹੀ ਤੁਹਾਨੂੰ ਆਉਣਗੀਆਂ। ਠੀਕ ਹੈ, ਜ਼ਿਆਦਾ ਨਹੀਂ ਪੁੱਛੀਆਂ ਜਾਂਦੀਆਂ ਕਿਉਂਕਿ ਇਹ ਬਹੁਤ ਇੰਪੋਰਟੈਂਟ ਨੇ। ਅਗਲੀ ਜਿਹੜੀ ਆਪਣੀ ਅਮੈਂਡਮੈਂਟ ਹੋਈ ਹੈ 86th ਅਮੈਂਡਮੈਂਟ। ਠੀਕ ਹੈ, ਇਹ ਮੈਂ ਸਪੈਸ਼ਲ ਰੱਖੀ ਹੈ। ਇਹ ਵੀ ਜਿਵੇਂ ਆਪਾਂ 42nd ਰੱਖੀ ਹੈ, ਤਾਂ ਇਹ ਵੀ 86th ਅਮੈਂਡਮੈਂਟ ਹੈ। ਇਹ ਵੀ ਬਹੁਤ ਇੰਪੋਰਟੈਂਟ ਹੈ। ਇਹ ਕਿਉਂ ਇੰਪੋਰਟੈਂਟ ਹੈ, ਇਹਦੇ ਵਿੱਚ 3 ਚੀਜ਼ਾਂ ਹੋਈਆਂ। ਸਭ ਤੋਂ ਪਹਿਲਾਂ ਜਿਹੜਾ ਆਪਣਾ ਫੰਡਾਮੈਂਟਲ ਰਾਈਟ ਹੈ ਜਿਹੜਾ 21A ਇਹ ਐਡ ਕੀਤਾ ਗਿਆ। ਇਹ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜੇ ਆਰਟੀਕਲ ਦੇ ਮਗਰ ਏ ਲੱਗੀ ਹੋਵੇ, ਏ ਦਾ ਮਤਲਬ ਹੁੰਦਾ ਅਮੈਂਡਮੈਂਟ ਦੇ ਥਰੂ ਐਡ ਕੀਤਾ ਗਿਆ ਆਰਟੀਕਲ ਹੁੰਦਾ ਉਹ। ਠੀਕ ਹੈ ਜੀ। ਤਾਂ ਜਿਹੜਾ 21A ਆਰਟੀਕਲ ਐਡ ਕੀਤਾ ਗਿਆ ਤਾਂ ਉਹ 86th ਅਮੈਂਡਮੈਂਟ ਦੇ ਥਰੂ ਐਡ ਕੀਤਾ ਗਿਆ 2002 ਦੇ ਵਿੱਚ। ਇਹਦੇ ਵਿੱਚ ਕੀ ਕਿਹਾ ਗਿਆ ਕਿ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਟੂ ਦੀ ਚਿਲਡਰਨ ਏਜ 6 to 14 ਈਅਰਸ। ਠੀਕ ਹੈ, 6 ਤੋਂ 14 ਸਾਲ ਦੇ ਬੱਚੇ ਨੂੰ ਜਿਹੜੀ ਆ ਉਹ ਮੁਫਤ ਅਤੇ ਜ਼ਰੂਰੀ ਸਿੱਖਿਆ ਦੇਣੀ ਲਾਜ਼ਮੀ ਹੈ। ਠੀਕ ਹੈ, ਕਈ ਵਾਰੀ ਕੁਐਸਚਨ ਜਿਹੜਾ ਆ ਜਾਂਦਾ ਕਿ ਜਿਹੜਾ 6 ਤੋਂ 14 ਸਾਲ ਦੇ ਬੱਚਿਆਂ ਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਦੇਣੀ ਜ਼ਰੂਰੀ ਹੈ, ਇਹ ਮਤਲਬ ਫੰਡਾਮੈਂਟਲ ਰਾਈਟ ਹੈ ਜਾਂ ਨਹੀਂ ਹੈ। ਤਾਂ ਇਹ ਫੰਡਾਮੈਂਟਲ ਰਾਈਟ ਹੈ। ਠੀਕ ਹੈ, ਤਾਂ ਇਹ ਤੁਹਾਨੂੰ ਪੁੱਛ ਸਕਦੇ ਆ। ਤਾਂ ਇਹ ਕਦੋਂ ਐਡ ਕੀਤਾ ਗਿਆ, 86th ਅਮੈਂਡਮੈਂਟ ਦੇ ਥਰੂ 2002 ਦੇ ਵਿੱਚ ਜਿਹੜੀ ਹੋਈ ਹੈ। ਤਾਂ ਪਹਿਲਾਂ ਤਾਂ ਫੰਡਾਮੈਂਟਲ ਰਾਈਟ ਐਡ ਕੀਤਾ ਗਿਆ। ਦੂਸਰਾ, ਕਈ ਵਾਰੀ ਤੁਹਾਨੂੰ ਇਹ ਪੁੱਛ ਲੈਂਦਾ ਕਿ ਕਿਉਂਕਿ ਆਪਣੀਆਂ ਜਿਹੜੀਆਂ ਫੰਡਾਮੈਂਟਲ ਡਿਊਟੀਜ਼ ਨੇ ਉਹ ਕਿੰਨੀਆਂ ਨੇ, 11 ਨੇ। ਠੀਕ ਹੈ, ਹੁਣ ਜੇ ਤੁਹਾਨੂੰ ਕੁਐਸਚਨ ਆਵੇ ਕਿ ਕਿੰਨੀਆਂ ਫੰਡਾਮੈਂਟਲ ਡਿਊਟੀਜ਼ ਨੇ, ਤਾਂ 11 ਨੇ। ਤਾਂ ਜਿਹੜੀ 11ਵੀਂ ਐਡ ਕੀਤੀ ਗਈ ਹੈ ਕਿਉਂਕਿ ਜਿਹੜੀਆਂ
10 ਫੰਡਾਮੈਂਟਲ ਡਿਊਟੀ ਐਡ ਕੀਤੀਆਂ ਗਈਆਂ ਉਹ 42nd ਅਮੈਂਡਮੈਂਟ ਦੇ ਥਰੂ ਕੀਤੀਆਂ ਗਈਆਂ। ਤਾਂ ਜਿਹੜੀ 11ਵੀਂ ਕੀਤੀ ਗਈ ਹੈ ਉਹ ਕੀਤੀ ਗਈ ਹੈ 86th ਅਮੈਂਡਮੈਂਟ ਦੇ ਥਰੂ 2002 ਦੇ ਵਿੱਚ, ਠੀਕ ਹੈ। ਤਾਂ ਇਹਦੇ ਵਿੱਚ ਕੀ ਕਿਹਾ ਗਿਆ, ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਬਿਟਵੀਨ ਦੀ ਏਜ ਆਫ 6 ਐਂਡ 14 ਈਅਰਸ, ਠੀਕ ਹੈ, ਬਿਟਵੀਨ ਦੀ ਏਜ ਆਫ, ਠੀਕ ਹੈ। ਤੁਸੀਂ ਯਾਦ ਰੱਖਣਾ ਐਜ਼ ਇਟ ਇਜ਼ ਜਿਹੜਾ ਮੈਂ ਲਿਖਿਆ ਇਸੇ ਤਰ੍ਹਾਂ ਹੀ ਤੁਸੀਂ ਨੋਟਸ ਦੇ ਵਿੱਚ ਲਿਖਣਾ, ਠੀਕ ਹੈ ਜੀ। ਤੀਸਰਾ ਇਹਦੇ ਵਿੱਚ ਕੀ ਚੇਂਜ ਹੋਇਆ, DPSP ਚੇਂਜ ਦੀ ਸਬਜੈਕਟ ਮੈਟਰ ਆਫ ਆਰਟੀਕਲ 45, DPSP ਦਾ ਜਿਹੜਾ 45 ਹੈ, ਠੀਕ ਹੈ, ਉਹਦਾ ਸਬਜੈਕਟ ਮੈਟਰ ਚੇਂਜ ਕਰ ਦਿੱਤਾ ਗਿਆ, ਠੀਕ ਹੈ। ਉਹਦੇ ਵਿੱਚ ਕੀ ਲਿਖ ਦਿੱਤਾ ਗਿਆ, ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਅਪ ਟੂ ਏਜ ਆਫ 14 ਈਅਰਸ, ਠੀਕ ਹੈ। ਤਾਂ 14 ਸਾਲ ਤੋਂ ਉੱਪਰ ਜਿਹੜੇ ਬੱਚੇ ਨੇ ਉਹਨਾਂ ਨੂੰ ਫ੍ਰੀ ਤੇ ਕੰਪਲਸਰੀ ਜਿਹੜੀ ਐਜੂਕੇਸ਼ਨ ਹੈ ਉਹ ਦਿੱਤੀ ਜਾਵੇ। ਤਾਂ ਜਿਹੜੀ ਫ੍ਰੀ ਤੇ ਕੰਪਲਸਰੀ ਐਜੂਕੇਸ਼ਨ ਨਾਲ ਕਈ ਵਾਰੀ ਤੁਹਾਨੂੰ ਪੁੱਛ ਲੈਂਦਾ ਕਿ ਕਿਹੜੀ ਅਮੈਂਡਮੈਂਟ ਦੇ ਥਰੂ ਜਿਹੜੀ ਇਹ ਤਿੰਨ ਚੀਜ਼ਾਂ ਐਡ ਕੀਤੀਆਂ ਗਈਆਂ, ਤਾਂ 86th ਅਮੈਂਡਮੈਂਟ 2002 ਦੇ ਵਿੱਚ, ਠੀਕ ਹੈ। ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਇਸ ਤੋਂ ਬਾਅਦ ਆਪਾਂ MCQ ਆਪਣੇ ਕਵਰ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜਾ MCQ ਇਹਨਾਂ ਵਿੱਚੋਂ ਕਿਹੜੀ ਸੋਧ ਦੁਆਰਾ ਵੋਟ ਪਾਉਣ ਦੀ ਉਮਰ ਨੂੰ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤਾ ਗਿਆ, ਠੀਕ ਹੈ। ਤਾਂ ਇਹ ਆਪਾਂ ਪੜ੍ਹ ਕੇ ਗਏ, ਕਿਹੜੀ ਹੈ, 61st ਅਮੈਂਡਮੈਂਟ, ਠੀਕ ਹੈ। 61ਵੀਂ ਅਮੈਂਡਮੈਂਟ ਕਦੋਂ ਹੋਈ ਹੈ, 1988 ਦੇ ਵਿੱਚ। ਈਅਰ ਵੀ ਨਾਲ ਤੁਸੀਂ ਯਾਦ ਰੱਖਣਾ, ਕਈ ਵਾਰੀ ਪੁੱਛ ਲੈਂਦੇ ਆ, ਠੀਕ ਹੈ ਜੀ। ਤਾਂ 61ਵੀਂ ਅਮੈਂਡਮੈਂਟ ਦੇ ਨਾਲ ਜਿਹੜੀ ਆਪਣੀ ਵੋਟਿੰਗ ਏਜ ਹੈ ਉਹਨੂੰ 21 ਤੋਂ ਘਟਾ ਕੇ 18 ਸਾਲ ਕਰ ਦਿੱਤਾ ਗਿਆ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜੀ ਸੋਧ ਦੁਆਰਾ ਦਿੱਲੀ ਨੂੰ NCR ਦਾ ਦਰਜਾ ਦਿੱਤਾ ਗਿਆ, ਠੀਕ ਹੈ। ਇਹ ਵੀ ਆਪਾਂ ਕਰਕੇ ਗਏ ਹਾਂ, 42ਵੀਂ, 86th, 61st ਜਾਂ 69th। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4। ਜਿਹੜੀ 69ਵੀਂ ਅਮੈਂਡਮੈਂਟ ਆਪਣੀ ਹੋਈ ਹੈ 1991 ਦੇ ਵਿੱਚ, ਤਾਂ ਦਿੱਲੀ ਨੂੰ NCR ਦਾ ਦਰਜਾ ਦਿੱਤਾ ਗਿਆ, ਠੀਕ ਹੈ। ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜੀ ਸੋਧ ਦੁਆਰਾ 11ਵਾਂ ਮੌਲਿਕ ਕਰਤੱਵ ਯਾਨੀ ਕਿ ਜਿਹੜੀ 11th ਫੰਡਾਮੈਂਟਲ ਡਿਊਟੀ ਆਪਣੀ ਉਹ ਐਡ ਕੀਤੀ ਗਈ। 10 ਕਦੋਂ ਕੀਤੀਆਂ ਗਈਆਂ, 42ਵੀਂ ਅਮੈਂਡਮੈਂਟ ਦੇ ਥਰੂ। ਤਾਂ ਜਿਹੜੀ 11ਵੀਂ ਕੀਤੀ ਗਈ ਤਾਂ ਉਹ ਕੀਤੀ ਗਈ 86th ਅਮੈਂਡਮੈਂਟ ਦੇ ਥਰੂ, ਠੀਕ ਹੈ ਜੀ। ਤੁਸੀਂ ਯਾਦ ਰੱਖਣਾ 2002 ਦੇ ਵਿੱਚ। ਬਹੁਤ ਇੰਪੋਰਟੈਂਟ MCQ ਨੇ, ਐਜ਼ ਇਟ ਇਜ਼ ਤੁਹਾਨੂੰ ਇਸੇ ਤਰ੍ਹਾਂ ਹੀ ਪੁੱਛੇ ਜਾਂਦੇ ਨੇ। ਇਹਨਾਂ ਵਿੱਚੋਂ ਕਿਹੜੀ ਸੋਧ ਦੁਆਰਾ ਪੰਚਾਇਤੀ ਰਾਜ ਦਰਜ ਕੀਤਾ ਗਿਆ, ਵਿੱਚ ਆਫ ਦੀ ਫੋਲੋਇੰਗ ਅਮੈਂਡਮੈਂਟ ਐਡਡ ਦੀ ਕਨਸੈਪਟ ਆਫ ਪੰਚਾਇਤੀ ਰਾਜ, 73rd, 86th, 61st ਜਾਂ 69th। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1। ਜਿਹੜੀ 73ਵੀਂ ਅਮੈਂਡਮੈਂਟ ਆਪਣੀ ਹੋਈ ਹੈ 1992 ਈਸਵੀ ਦੇ ਵਿੱਚ, ਉਹਦੇ ਨਾਲ ਪੰਚਾਇਤੀ ਰਾਜ ਨੂੰ ਐਡ ਕੀਤਾ ਗਿਆ ਪਾਰਟ 9 ਦੇ ਵਿੱਚ, ਠੀਕ ਹੈ ਜੀ। ਤਾਂ 29 ਫੰਕਸ਼ਨ ਹੈ ਜਿਹੜੀ ਉਹ ਪਰਫਾਰਮ ਕਰਦੀ ਹੈ ਪੰਚਾਇਤ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਉਹ ਹੈ, ਇਹਨਾਂ ਵਿੱਚੋਂ ਕਿਹੜੀ ਸੋਧ ਨੂੰ ਛੋਟਾ ਸੰਵਿਧਾਨ ਵੀ ਕਿਹਾ ਜਾਂਦਾ ਹੈ, ਵਿਚ ਆਫ ਦੀ ਫੋਲੋਇੰਗ ਅਮੈਂਡਮੈਂਟ ਇਜ਼ ਕਾਲਡ ਮਿਨੀ ਕਨਸਟੀਟਿਊਸ਼ਨ। ਇਹ ਮੈਂ ਤੁਹਾਨੂੰ ਪਿੱਛੇ ਦੱਸ ਕੇ ਗਿਆ, 73ਵੀਂ ਅਮੈਂਡਮੈਂਟ, 42ਵੀਂ, 61ਵੀਂ ਜਾਂ 69ਵੀਂ ਅਮੈਂਡਮੈਂਟ, ਠੀਕ ਹੈ। ਤਾਂ ਇਹ ਆਪਾਂ ਪਿੱਛੇ ਕਰਕੇ ਗਏ ਹਾਂ। ਮਿਨੀ ਕਨਸਟੀਟਿਊਸ਼ਨ ਕਿਹਨੂੰ ਕਿਹਾ ਜਾਂਦਾ ਹੈ, ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2, 42ਵੀਂ ਅਮੈਂਡਮੈਂਟ ਨੂੰ ਮਿਨੀ ਕਨਸਟੀਟਿਊਸ਼ਨ ਕਿਹਾ ਜਾਂਦਾ। ਸਭ ਤੋਂ ਜਿਹੜੀ ਮੋਸਟ ਇੰਪੋਰਟੈਂਟ ਅਮੈਂਡਮੈਂਟ ਹੈ ਉਹ 42ਵੀਂ ਅਮੈਂਡਮੈਂਟ ਹੈ, ਤੁਸੀਂ ਯਾਦ ਰੱਖਣਾ। 1976 ਦੇ ਵਿੱਚ ਇਹ ਹੋਈ ਹੈ, ਠੀਕ ਹੈ। ਇਹਦੇ ਵਿੱਚ ਆਪਣੇ 3 ਵਰਡ ਐਡ ਕੀਤੇ ਗਏ ਸੀ। ਜ਼ਿਆਦਾਤਰ ਜਿਹੜੇ ਪੁੱਛੇ ਜਾਂਦੇ ਉਹੀ ਕੁਐਸਚਨ ਜ਼ਿਆਦਾ ਹੁੰਦਾ ਹੁੰਦਾ ਕਿ ਸੋਸ਼ਲਿਸਟ, ਸੈਕੂਲਰ ਤੇ ਇੰਟੀਗ੍ਰਿਟੀ। 3 ਵਰਡ ਜਿਹੜੇ ਐਡ ਕੀਤੇ ਗਏ ਉਹ ਕਿਹੜੀ ਅਮੈਂਡਮੈਂਟ ਦੇ ਥਰੂ ਐਡ ਕੀਤੇ ਗਏ, 42ਵੀਂ ਅਮੈਂਡਮੈਂਟ, ਠੀਕ ਹੈ। ਤਾਂ ਕਰਕੇ ਇਹਨੂੰ ਮਿਨੀ ਕਨਸਟੀਟਿਊਸ਼ਨ ਵੀ ਕਿਹਾ ਜਾਂਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜਾ ਅਨੁਛੇਦ ਸੰਵਿਧਾਨ ਦੀ ਸੋਧ ਕਰਨ ਨਾਲ ਸੰਬੰਧਿਤ ਹੈ। ਹਾਂਜੀ, ਵਿਚ ਆਫ ਦੀ ਫੋਲੋਇੰਗ ਆਰਟੀਕਲ ਇਜ਼ ਰਿਲੇਟਡ ਟੂ ਅਮੈਂਡ ਦੀ। ਮੰਨ ਲਓ ਆਪਾਂ ਅਮੈਂਡਮੈਂਟ ਕਰਨੀ ਹੈ, ਸੰਵਿਧਾਨ ਦੇ ਵਿੱਚ ਆਪਾਂ ਸੋਧ ਕਰਨੀ ਹੈ, ਤਾਂ ਉਹ ਕਿਹੜਾ ਆਰਟੀਕਲ ਹੈ ਜਿਹਦੇ ਰਾਹੀਂ ਆਪਾਂ ਸੋਧ ਕਰ ਸਕਦੇ ਹਾਂ, ਠੀਕ ਹੈ। ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ, ਠੀਕ ਹੈ। ਇਹ ਤੁਸੀਂ ਨੋਟ ਕਰ ਲਿਓ। ਆਰਟੀਕਲ 32, ਆਰਟੀਕਲ 226, ਆਰਟੀਕਲ 368 ਜਾਂ ਆਰਟੀਕਲ 51A। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3। 368 ਜਿਹੜਾ ਆਰਟੀਕਲ ਇਹ ਆਪਾਂ ਨੂੰ ਕਹਿੰਦਾ ਕਿ ਆਪਾਂ ਸੰਵਿਧਾਨ ਦੇ ਵਿੱਚ ਸੋਧ ਕਰ ਸਕਦੇ ਹਾਂ, ਠੀਕ ਹੈ ਜੀ। ਆਰਟੀਕਲ 368 ਇਹ ਤੁਸੀਂ ਯਾਦ ਰੱਖਣਾ। ਆਰਟੀਕਲ 32 ਆਪਾਂ ਨੂੰ ਪਤਾ ਹੈ ਕਨਸਟੀਟਿਊਸ਼ਨਲ ਰੈਮੇਡੀਜ਼ ਦੇ ਨਾਲ ਸੰਬੰਧਿਤ ਹੈ, ਠੀਕ ਹੈ ਜੀ। ਤਾਂ ਇਹਨੂੰ ਸੋਲ ਆਫ ਕਨਸਟੀਟਿਊਸ਼ਨ ਵੀ ਕਿਹਾ ਜਾਂਦਾ, ਠੀਕ ਹੈ। ਆਰਟੀਕਲ 226 ਹੈ ਜਿਹੜਾ, ਇਹਦੇ ਤਹਿਤ ਆਪਾਂ ਜਿਹੜੇ ਆਪਣੇ ਫੰਡਾਮੈਂਟਲ ਰਾਈਟ ਹੈ ਉਹਨਾਂ ਨੂੰ ਐਪਲੀਕੇਬਲ ਕਰਾਉਣ ਦੇ ਲਈ ਆਪਾਂ ਹਾਈ ਕੋਰਟ ਜਾ ਸਕਦੇ ਹਾਂ 226 ਦੇ ਤਹਿਤ। ਆਰਟੀਕਲ 368 ਆਪਾਂ ਕਰ ਲਿਆ ਕਿ ਆਪਾਂ ਜਿਹੜਾ ਕਨਸਟੀਟਿਊਸ਼ਨ ਦੇ ਵਿੱਚ ਜੇ ਆਪਾਂ ਕੋਈ ਵੀ ਸੋਧ ਕਰਨੀ ਹੈ ਤਾਂ ਉਹ 368 ਦੇ ਦੁਆਰਾ ਕਰ ਸਕਦੇ ਹਾਂ, ਠੀਕ ਹੈ ਜੀ। ਤਾਂ ਆਰਟੀਕਲ 51 ਇਹ ਤੁਹਾਨੂੰ ਪਤਾ ਹੀ ਹੈ ਕਿ ਆਪਣੀਆਂ ਫੰਡਾਮੈਂਟਲ ਡਿਊਟੀਜ਼ ਨਾਲ ਸੰਬੰਧਿਤ, ਠੀਕ ਹੈ ਜੀ। ਤਾਂ ਆਨਸਰ ਨੰਬਰ ਆਪਣਾ ਜਿਹੜਾ 3 ਹੈ, 368। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜੀ ਸੋਧ ਦੁਆਰਾ ਅਨੁਛੇਦ 45 ਦਾ ਵਿਸ਼ਾ ਬਦਲ ਦਿੱਤਾ ਗਿਆ, ਠੀਕ ਹੈ। ਐਗਜ਼ੈਕਟ ਕੁਐਸਚਨ ਐਜ਼ ਇਟ ਇਜ਼ ਹੀ ਆਉਂਦਾ ਤੁਹਾਨੂੰ। 42ਵੀਂ ਅਮੈਂਡਮੈਂਟ, 86ਵੀਂ ਅਮੈਂਡਮੈਂਟ, 44th ਜਾਂ 61st। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2। ਜਿਹੜੀ 86th ਅਮੈਂਡਮੈਂਟ ਜੋ 2002 ਦੇ ਵਿੱਚ ਹੋਈ ਹੈ, ਇਹਦੇ ਦੁਆਰਾ ਆਰਟੀਕਲ 45 ਦਾ ਜਿਹੜਾ ਵਿਸ਼ਾ ਬਦਲ ਦਿੱਤਾ, ਸਬਜੈਕਟ ਮੈਟਰ ਚੇਂਜ ਕਰ ਦਿੱਤਾ ਗਿਆ ਸੀ। ਇਹ ਤੁਹਾਨੂੰ ਪਤਾ ਹੈ ਕਿ 3 ਚੀਜ਼ਾਂ ਹੋਈਆਂ ਸੀ ਜਿਹਦੇ ਨਾਲ ਫ੍ਰੀ ਤੇ ਕੰਪਲਸਰੀ ਐਜੂਕੇਸ਼ਨ ਦਾ ਜਿਹੜਾ ਮੁੱਦਾ ਉਹ ਐਡ ਕੀਤਾ ਗਿਆ ਸੀ ਇਹਨਾਂ ਤਿੰਨਾਂ ਦੇ ਵਿੱਚ, ਫੰਡਾਮੈਂਟਲ ਰਾਈਟਸ ਦੇ ਵਿੱਚ, ਫੰਡਾਮੈਂਟਲ ਡਿਊਟੀਜ਼ ਤੇ DPSP ਦੇ ਵਿੱਚ। ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ।
ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜੀ ਸੋਧ ਦੁਆਰਾ ਇੰਟਰਨਲ ਅਗਰੈਸ਼ਨ ਨੂੰ ਬਦਲ ਕੇ ਆਰਮਡ ਰਿਬੇਲੀਅਨ ਕਰ ਦਿੱਤਾ ਗਿਆ ਸੀ। ਯਾਨੀ ਕਿ ਜਿਹੜੀ ਆਪਣੀ ਨੈਸ਼ਨਲ ਐਮਰਜੈਂਸੀ ਲੱਗਦੀ ਹੈ ਤਾਂ ਉਹਦੇ 2-3 ਕਾਰਨ ਹੁੰਦੇ ਨੇ, ਉਹਨਾਂ ਵਿੱਚੋਂ ਇੱਕ ਕਾਰਨ ਹੁੰਦਾ ਇੰਟਰਨਲ ਅਗਰੈਸ਼ਨ, ਠੀਕ ਹੈ, ਯਾਨੀ ਕਿ ਅੰਦਰੂਨੀ ਜਿਹੜਾ ਆਪਣਾ ਹੁੰਦਾ ਅੰਦਰੂਨੀ ਲੜਾਈ ਜਿਹਨੂੰ ਆਪਾਂ ਕਹਿ ਸਕਦੇ ਹਾਂ ਇੰਟਰਨਲ ਅਗਰੈਸ਼ਨ। ਤਾਂ ਇਹਨੂੰ ਬਦਲ ਕੇ ਕਰ ਦਿੱਤਾ ਗਿਆ ਸੀ ਸੈਨਿਆ ਵਿਦਰੋਹ, ਆਰਮਡ ਰਿਬੇਲੀਅਨ। ਤਾਂ ਉਹ ਕਿਹੜੀ ਅਮੈਂਡਮੈਂਟ ਦੇ ਥਰੂ ਕੀਤਾ ਗਿਆ, ਬਹੁਤ ਇੰਪੋਰਟੈਂਟ ਹੈ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3, 44th ਅਮੈਂਡਮੈਂਟ 1978 ਦੇ ਵਿੱਚ ਹੋਈ ਸੀ ਇਹ, ਠੀਕ ਹੈ। ਇਹ ਐਗਜ਼ੈਕਟ ਕੁਐਸਚਨ ਆਉਂਦਾ ਹੁੰਦਾ, ਬਹੁਤ ਇੰਪੋਰਟੈਂਟ ਹੈ, ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜੀ ਸੋਧ ਦੁਆਰਾ ਅਨੁਛੇਦ 31 ਸੰਪਤੀ ਦਾ ਅਧਿਕਾਰ ਹੈ ਜਿਹੜਾ ਆਪਣਾ, ਠੀਕ ਹੈ, ਇਹਨੂੰ ਮੌਲਿਕ ਅਧਿਕਾਰਾਂ ਚੋਂ ਹਟਾ ਕੇ ਇੱਕ ਲੀਗਲ ਰਾਈਟ ਬਣਾਤਾ ਸੀ। 42nd, 44th, 86th ਜਾਂ 61st। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2, ਜਿਹੜੀ 44th ਅਮੈਂਡਮੈਂਟ ਆਪਣੀ 44ਵੀਂ ਅਮੈਂਡਮੈਂਟ ਹੋਈ ਸੀ 1978 ਦੇ ਵਿੱਚ। ਤਾਂ ਆਰਟੀਕਲ 31 ਨੂੰ ਰਿਮੂਵ ਕਰਤਾ ਸੀ, ਆਰਟੀਕਲ 300A ਬਣਾਤਾ ਸੀ ਲੀਗਲ ਰਾਈਟ, ਠੀਕ ਹੈ, ਤੁਸੀਂ ਯਾਦ ਰੱਖਣਾ, ਫੰਡਾਮੈਂਟਲ ਰਾਈਟ ਚੋਂ ਹਟਾਤਾ ਸੀਗਾ ਇਹ। ਅੱਜ ਦੇ ਸੈਸ਼ਨ ਦਾ ਆਪਣਾ ਲਾਸਟ ਜਿਹੜਾ ਕੁਐਸਚਨ ਹੈ ਉਹ ਹੈ, ਇਹਨਾਂ ਵਿੱਚੋਂ ਕਿਹੜੀ ਸੋਧ ਦੁਆਰਾ 3 ਸ਼ਬਦ ਐਡ ਕੀਤੇ ਗਏ। ਇਹ ਤੁਹਾਨੂੰ ਐਜ਼ ਇਟ ਇਜ਼ ਕੁਐਸਚਨ ਆਉਂਦਾ ਹੁੰਦਾ, ਤੁਸੀਂ ਦੇਖਿਆ ਹੋਣਾ ਬਹੁਤ ਪੇਪਰਾਂ ਦੇ ਵਿੱਚ। ਤਾਂ ਸੋਸ਼ਲਿਸਟ, ਸੈਕੂਲਰ ਅਤੇ ਇੰਟੀਗ੍ਰਿਟੀ, ਤਾਂ ਇਹ ਆਪਾਂ ਕਰਕੇ ਗਏ ਹਾਂ, ਬਹੁਤ ਇੰਪੋਰਟੈਂਟ ਹੈ। 42ਵੀਂ ਅਮੈਂਡਮੈਂਟ ਹੈ ਜਿਹੜੀ ਆਪਣੀ 1976 ਦੇ ਵਿੱਚ ਹੋਈ ਹੈ, ਜਿਹਨੂੰ ਮਿਨੀ ਕੌਂਸਟੀਟਿਊਸ਼ਨ ਵੀ ਕਿਹਾ ਜਾਂਦਾ, ਠੀਕ ਹੈ ਜੀ। ਤਾਂ ਅੱਜ ਦਾ ਜਿਹੜਾ ਆਪਣਾ ਸੈਸ਼ਨ ਆ ਉਹ ਕੰਪਲੀਟ ਹੋ ਗਿਆ। ਸਾਰੇ ਕੁਐਸਚਨ ਤੁਹਾਡੇ ਬਹੁਤ ਇੰਪੋਰਟੈਂਟ ਨੇ, ਸਾਰੀਆਂ ਸਲਾਈਡਾਂ ਤੁਹਾਡੀਆਂ ਬਹੁਤ ਇੰਪੋਰਟੈਂਟ ਨੇ। ਇੱਕ ਇੱਕ ਚੀਜ਼ ਤੁਸੀਂ ਇਹਦੇ ਵਿੱਚੋਂ ਨੋਟ ਕਰ ਲਿਓ, ਠੀਕ ਹੈ, ਤੁਹਾਨੂੰ ਪੇਪਰਾਂ ਦੇ ਵਿੱਚ ਦੇਖਣ ਨੂੰ ਮਿਲੂਗੀ, ਠੀਕ ਹੈ। ਬਹੁਤ ਇੰਪੋਰਟੈਂਟ ਵੀਡੀਓ ਤੁਹਾਡੇ ਲਈ। ਤਾਂ ਜੇਕਰ ਮੇਰੀਆਂ ਵੀਡੀਓ ਜਿਹੜੀਆਂ ਉਹ ਤੁਹਾਨੂੰ ਚੰਗੀਆਂ ਲੱਗਦੀਆਂ ਤਾਂ ਉਹਨਾਂ ਨੂੰ ਤੁਸੀਂ ਲਾਈਕ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ, ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ, ਠੀਕ ਹੈ ਜੀ। ਤਾਂ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰੋ, ਨੋਟਸ ਆਪਣੇ ਖੁਦ ਬਣਾਓ। ਅੱਜ ਦੀ ਵੀਡੀਓ ਦਾ ਆਪਣਾ ਐਂਡ ਹੋ ਗਿਆ, ਠੀਕ ਹੈ ਜੀ। ਤਾਂ ਵੀਡੀਓ ਨੂੰ 2-3 ਵਾਰ ਦੇਖ ਲਓ ਤਾਂ ਕਿ ਤੁਹਾਡੀ ਰਿਵੀਜ਼ਨ ਹੈ ਜਿਹੜੀ ਉਹ ਵਧੀਆ ਹੋ ਸਕੇ। ਤਾਂ ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।